ਕਰੈਕਡਾਊਨ ਹੋ ਰਿਹਾ, ਇਸ ਤੋਂ ਪਹਿਲੇ ਜਿਹੜਾ ਆਮ ਹੈਲਮਟ 700 ਤੋਂ 1200 ਤੱਕ ਨਾ ਜਿਹੜਾ ਮਿਲ ਜਾਂਦਾ ਸੀ। ਲੇਕਿਨ ਇਹ ਸਾਡੇ ਮੁਸਲਮਾਨ ਭਾਈ ਤਾਜਰ ਜਿਹੜੇ, ਇਹ ਵੀ ਦੇਖ ਲਓ, ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਹੁਣ ਤਾਂ ਸਾਡੇ ਪੈਸੇ ਕਮਾਉਣ ਦਾ, ਅੱਜ ਉਹੀ ਹੈਲਮਟ ਜਿਹੜਾ 3500 ਤੋਂ ਲਾ ਕੇ 5000 ਤੱਕ ਟੋਬੇ 'ਚ ਵਿਕ ਰਿਹਾ। ਬਲਕਿ ਜਿਸ ਤਰ੍ਹਾਂ ਤੁਸੀਂ ਮੀਆਂ ਆਜ਼ਾਦ ਸਾਹਿਬ ਨੂੰ ਦੇਖਦੇ ਆ ਮੇਰੇ ਨਾਲ ਖੜੇ ਆ, ਕਹਿੰਦੇ ਆਪਾਂ ਖੜ ਕੇ ਵਲੌਗ ਕਰਨਾ, ਖੜ ਕੇ ਗੱਪਸ਼ਪ ਕਰਨੀ ਆ ਔਰ ਪੰਜਾਬੀ ਦੇ ਵਿੱਚ ਗੱਲ ਕਰਨੀ ਆ, ਕਿਉਂਕਿ ਪੰਜਾਬੀ ਦੇ ਵਿੱਚ ਮਾਸ਼ਾਅੱਲਾ ਇਹ ਉਰਦੂ 'ਚ ਵੀ ਮਹਾਰਤ ਰੱਖਦੇ ਆ, ਲੇਕਿਨ ਪੰਜਾਬੀ ਦੇ ਵਿੱਚ ਇਹਨਾਂ ਬੋਲਣ ਦਾ ਸਟਾਈਲ ਬਹੁਤ ਹੀ ਪਿਆਰਾ, ਕਿਉਂਕਿ ਪੰਜਾਬੀ ਬਹੁਤ ਅੱਛੇ ਅੰਦਾਜ਼ 'ਚ ਬੋਲਦੇ ਆ। ਮੇਰੀ ਪੰਜਾਬੀ ਇੰਨੀ ਅੱਛੀ ਨਹੀਂ ਹੈਗੀ, ਲੇਕਿਨ ਇਹ ਕਿ ਅਸੀਂ ਇਨਸ਼ਾਅੱਲਾ ਪੰਜਾਬੀ ਦੇ ਵਿੱਚ ਗੱਲ ਕਰਦੇ ਆ। ਮੀਰ ਸਾਹਿਬ, ਤੁਸੀਂ ਕਿਉਂ ਪਰੇਸ਼ਾਨ ਆ ਇਹਨਾਂ ਲੋਕਾਂ ਦੇ ਬਾਰੇ 'ਚ? ਅੱਜ ਮੈਂ ਦੇਖਿਆ ਤੁਸੀਂ ਮੇਰੇ ਕਲੀਨਿਕ ਤੇ ਆਏ, ਤੁਸੀਂ ਵੀ ਇੱਕ ਹੈਲਮਟ ਲਿਆ ਹੋਇਆ ਸੀ, ਤੇ ਤੁਸੀਂ ਇਸ ਚੀਜ਼ ਦੀ ਟੈਨਸ਼ਨ ਕਿਉਂ ਲੈਂਦੇ ਆ? ਕਿਉਂ ਇਸ ਤੁਹਾਨੂੰ ਪਰੇਸ਼ਾਨੀ ਕਿਉਂ ਹੈ ਇਸ ਚੀਜ਼ ਦੀ? ਨਹੀਂ ਡਾਕਟਰ ਸਾਹਿਬ, ਪਰੇਸ਼ਾਨ ਤਾਂ ਨਹੀਂ ਹੈਗਾ। ਇੱਕ ਤੇ ਮੈਂ ਜਿਹੜੀ ਟੋਭੇ ਦੀ ਪੁਲਿਸ ਹੈ ਨਾ, ਇਹਨਾਂ ਦੀ ਕੁਛ ਮੈਨੂੰ ਤਾਰੀਫ ਵੀ ਕਰਨੀ ਪੈਣੀ ਹੈ, ਕਿਉਂਕਿ ਜਿਹੜੇ ਇਹ ਕੰਮ ਕਰ ਰਹੇ ਨੇ ਉੱਤੋਂ ਇਹਨਾਂ ਨੂੰ ਅਹਿਕਾਮਾਤ ਨੇ, ਲੇਕਿਨ ਇਹਨਾਂ ਦੀ ਤਾਰੀਫ ਇਸ ਲਈ ਮੈਂ ਕਰਨੀ ਹੈ ਕਿ ਇਹਨਾਂ ਨੇ ਬਿਲਕੁਲ ਕਾਨੂੰਨ ਜਿਹੜਾ ਇਹ ਮੱਸਾ ਵੀ ਰੱਖਿਆ, ਜਿਹੜਾ ਸਹੀ ਇਸਲਾਮੀ ਨਿਜ਼ਾਮ ਹੈ, ਜਿਹਦੇ ਵਿੱਚ ਸਾਡੇ ਸਾਫੀਆਂ ਦੇ ਵੀ ਹੋਏ ਨੇ। ਕੱਲ ਸਨ ਨਿਊਜ਼ ਦਾ ਆਪਣਾ ਸਾਫੀਆ ਜ਼ਫਰੁੱਲਾ ਖਾਂ, ਉਹਦਾ ਚਲਾਨ ਹੋਇਆ। ਮੇਰਾ ਬੇਟਾ ਆਪਣਾ ਪੀਰ ਮਾਲ ਪਕੜਿਆ ਗਿਆ ਸੀ, ਉਹਨੂੰ 2000 ਦੇ ਕੇ ਜਿਹੜਾ ਉਹਨੂੰ ਚਲਾਨ ਕੀਤਾ। ਅੱਜ ਮੈਂ ਚੌਕ ਦੇ ਵਿੱਚ, ਆਪਣੇ ਸ਼ਵਾਹ ਚੌਕ ਦੇ ਵਿੱਚ, ਡੀਐਸਪੀ ਸਦਰ ਮਲਕ ਜੀ ਸ਼ਾਹ ਸਾਹਿਬ ਜਿਹੜੇ ਉਹਨਾਂ ਨੇ ਨਾਕਾ ਲਾਇਆ ਸੀ, ਤੇ ਲੇਕਿਨ ਮੈਂ ਵੀ ਉੱਥੇ ਪਹੁੰਚਿਆ। ਲੇਕਿਨ ਉਹਦੇ ਵਿੱਚ ਕੋਈ ਅੱਜ ਬੁਕਲਾ ਹਜ਼ਰਾਤ ਦੇ ਵੀ ਬੜਾ ਮਸ਼ਹੂਰ ਵਕੀਲ ਆ, ਉਹ ਫੋਟੋ ਜਿਹਦੇ ਤੁਹਾਨੂੰ ਸਾਹਮਣੇ ਆ ਜਾਏਗਾ, ਉਹਨਾਂ ਦਾ ਵੀ ਉਹਨਾਂ ਨੇ ਚਲਾਨ ਕੀਤਾ। ਲੇਕਿਨ ਇਹਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਲ ਇਹ ਪੇਸ਼ ਆ ਰਹੀ ਹੈ, ਜਿਹੜੇ ਅੱਜ ਅਸੀਂ ਦੇਖਿਆ ਕਿ ਜਿਹੜੀ ਆਪਣੀ ਹਕੂਮਤ ਪੰਜਾਬ ਆ, ਜੀ ਉਹ ਕੰਮ ਤੇ ਕਰ ਰਹੀ ਆ, ਜਿਹੜੇ ਮਸਲ ਉਹਨਾਂ ਦੇ ਖਾਬ ਤੇ ਆ ਵੀ ਜਿਹੜਾ ਸਾਡਾ ਪਾਕਿਸਤਾਨ ਆ ਨਾ, ਉਹ ਯੂਰਪ, ਇਟਲੀ, ਯੂਰਪ ਦੀ ਤਰ੍ਹਾਂ ਜਾਪਾਨ ਯਾਨੀ ਉਹਨਾਂ ਵਾਂਗੂ ਹੋਵੇ। ਲੇਕਿਨ ਇਹਨਾਂ ਲੋਕਾਂ ਨੂੰ ਸਹੂਲਤਾਂ ਕੋਈ ਨਹੀਂ। ਹੁਣ ਉੱਥੇ ਦੇਖੋ ਨਾ, ਅੱਜ ਇਹਨਾਂ ਨੇ ਜਿਹੜੇ ਮਗਰ ਨਹੀਂ ਮੀਆਂ ਸਾਹਿਬ, ਖਵਾਤੀਨ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਕਿ ਮਸਲ ਕਾਨੂੰਨ ਤਾਂ ਲਾਗੂ ਹੋ ਰਹੇ ਆ ਤਰੱਕੀ ਯਾਫਤਾ ਮੁਲਕਾਂ ਵਰਗੇ, ਲੇਕਿਨ ਸਾਡਾ ਤਰੱਕੀ ਪਜ਼ੀਰ ਮੁਲਕ ਆ, ਉਹਨਾਂ ਕਾਨੂੰਨਾਂ ਨੂੰ ਕਿਸ ਤਰ੍ਹਾਂ ਮਸਲ ਫਾਲੋ ਉਹੀ ਕਰ ਆ ਨਾ ਸਕਦੇ? ਡਾਕਟਰ ਸਾਹਿਬ। ਭਾਈ ਦੇਖੋ, ਵਿੱਚ ਜਿਹੜੇ ਵਿਚਾਰੇ ਕੋਈ ਕਬੂਤਰ ਜਿਹੜੇ ਵੇਚਣ ਵਾਲੇ ਆ, 5-700 ਲਿਆਉਂਦੇ, ਕੋਈ ਇਸ ਤਰ੍ਹਾਂ ਦੇ ਸੀ, ਕੋਈ ਰਕਸ਼ੇ ਵਾਲੇ ਸੀ, ਕੁਛ ਸੀ ਜਿਹੜੇ ਆ ਪਾਪੜ ਵੇਚਣ ਵਾਲੇ ਆ, ਮੁਖਤਲਿਫ ਪਿੰਡਾਂ ਦੇ ਵਿੱਚ ਜਾ ਕੇ ਵੇਚਦੇ, ਕੋਈ ਛੱਲੀਆਂ ਵੇਚਣ ਵਾਲੇ ਮੋਟਰਸਾਈਕਲਾਂ ਦੇ। ਉਹਨਾਂ ਨੂੰ ਇਹ ਸਜ਼ਾ ਇਹ ਮਿਲੀ ਆ ਕਿ ਅੱਜ ਉਹ ਜਿਹੜੇ ਵਿਚਾਰਿਆਂ ਕੋਲ ਹੈਲਮਟ ਨਹੀਂ ਸੀ, ਉਹਨਾਂ ਦੇ ਮੋਟਰਸਾਈਕਲ ਬੰਦ ਨੇ, ਉਹਨਾਂ ਲਈ ਪਹਿਲੇ ਤੋਂ ਹੈਲਮਟ ਲੈ ਕੇ ਆਉਣ। ਹੈਲਮਟ ਜਿਹੜਾ ਉਹ ਜਿਹੜਾ ਕਰੈਕਡਾਊਨ ਹੋ ਰਿਹਾ, ਇਸ ਤੋਂ ਪਹਿਲੇ ਜਿਹੜਾ ਆਮ ਹੈਲਮਟ 700 ਤੋਂ 1200 ਤੱਕ ਨਾ ਜਿਹੜਾ ਮਿਲ ਜਾਂਦਾ ਸੀ। ਲੇਕਿਨ ਇਹ ਸਾਡੇ ਮੁਸਲਮਾਨ ਭਾਈ ਤਾਜਰ ਜਿਹੜੇ, ਇਹ ਵੀ ਦੇਖ ਲਓ, ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਹੁਣ ਤਾਂ ਸਾਡੇ ਪੈਸੇ ਕਮਾਉਣ ਦਾ, ਅੱਜ ਉਹੀ ਹੈਲਮਟ ਜਿਹੜਾ 3500 ਤੋਂ ਲਾ ਕੇ 5000 ਤੱਕ ਟੋਬੇ 'ਚ ਵਿਕ ਰਿਹਾ। ਬਲਕਿ ਮੀਆਂ ਹੁਣ ਸਾਹਿਬ, ਤੁਸੀਂ ਇਹ ਤਾਂ ਦੇਖੋ ਕਿ ਇੱਕ ਮੋਟਰਸਾਈਕਲ ਜਿਹੜਾ ਹੁਣ ਹਲਕਾ ਮੋਟਰਸਾਈਕਲ, ਜਿਹੜੀ ਨਾਰਮਲ ਮੋਟਰਸਾਈਕਲ 70 ਆ, ਉਹ ਪੌਣੇ 2 ਲੱਖ ਦਾ ਹੋਇਆ ਹੋਇਆ ਹੈ। ਤੇ ਅਗਰ ਮਸਲ ਤੋਂ ਆਪਰੇਟਰ ਚਲਾ ਜਾਈਏ, 2,12,000 ਦਾ ਹੋ ਗਿਆ। ਉਸ ਤੋਂ ਬਾਅਦ 125 ਆ, ਫਿਰ ਅੱਗੇ ਮਹਿੰਗੇ ਤੋਂ ਮਹਿੰਗੇ ਮੋਟਰਸਾਈਕਲ ਹੀ ਨਹੀਂ, 2 2.5 3 ਲੱਖ ਦਾ ਮੋਟਰਸਾਈਕਲ ਅਸੀਂ ਲੈ ਲੈਂਦੇ ਆ। ਅਗਰ 3500 3000 ਦਾ ਹੈਲਮਟ ਲੈਣ ਲੱਗੇ, ਸਾਨੂੰ ਕੀ ਮਸਲਾ ਬਣਦਾ? ਡਾਕਟਰ ਸਾਹਿਬ, ਇਹ ਤੁਹਾਡੀ ਗੱਲ ਇਹ ਵੀ ਠੀਕ ਆ, ਲੇਕਿਨ ਮਸਲਾ ਇਹਦੇ ਵਿੱਚ ਇਹ ਆਉਂਦਾ, ਇਹਦੇ ਵਿੱਚ ਕਮ ਤੋਂ ਕਮ ਮਹੀਨਾ ਪਹਿਲੇ ਆਗਾਹੀ ਮੁਹਿੰਮ ਸ਼ੁਰੂ ਹੁੰਦੀ, ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੁੰਦੀ। ਹੁਣ ਦੇਖੋ ਨਾ, ਪਿੰਡਾਂ ਦੇ ਵਿੱਚ ਨਹੀਂ, ਲੋਕ, ਆਗਾਹੀ ਮੁਹਿੰਮ ਤਾਂ ਕਾਫੀ ਦੇਰ ਤੋਂ ਚੱਲ ਰਹੀ ਹੈ ਔਰ ਬੜੇ ਲੇਕਿਨ ਅਰਸੇ ਤੋਂ ਨਾ ਵਾਰਨਿੰਗ ਦਿੱਤੀ ਜਾ ਰਹੀ ਹੈ, ਔਰ ਬਾਰ-ਬਾਰ ਮਸਲ ਇੱਕ ਕੰਪੇਨ ਚੱਲਦੀ ਹੈ ਕਿ ਆਪਣੇ ਮਸਲ ਤੁਸੀਂ ਲਾਇਸੈਂਸ ਵੀ ਬਣਾ ਲਓ, ਆਪਣੇ ਗੱਡੀਆਂ ਦੇ ਕਾਗਜ਼ਾਤ ਪੂਰੇ ਕਰ ਲਓ। ਫਿਰ ਟਾਈਮ ਦਿੱਤਾ ਰਿਹਾ ਵੀ ਆਪਣੀ ਜਿਹੜੀ ਗੱਡੀ ਤੁਸੀਂ ਸੇਲ ਕਰਤੀ ਹੈ ਉਹਨੂੰ ਟ੍ਰਾਂਸਫਰ ਕਰਵਾਓ। ਇਹ ਨਵਾਂ ਸਿਲਸਿਲਾ ਤਾਂ ਨਹੀਂ ਹੈਗਾ ਇੱਕਦਮ ਨਹੀਂ ਗੱਡੀ ਡਾਕਟਰ ਸਾਹਿਬ, ਇਹ ਤੁਹਾਡੀ ਗੱਲ ਸਹੀ ਹੈ। ਜਿਹੜਾ ਬੰਦਾ ਕੋਈ 15-20 ਹਜ਼ਾਰ ਦਾ, ਜਾਂ ਕੋਈ ਮਸਲਨ ਕੋਈ 20 ਲੱਖ ਜਾਂ 15 ਲੱਖ ਜਾਂ 30 ਲੱਖ ਦੀ ਗੱਡੀ ਜਿਹੜੀ ਕੋਈ ਲੈਂਦਾ, ਉਹਨੂੰ ਫਾਰੋ ਨਾ ਕਰਵਾਉਣੀ ਚਾਹੀਦੀ। ਲੇਕਿਨ ਹਾਂਜੀ ਕੁਝ ਲੋਕ ਇਹ ਦੇਖੇ ਨੇ, ਉਹ ਕਾਰੋਬਾਰੀ ਹਿਸਾਬ ਦੇ ਨਾਲ ਉਹਨੂੰ ਨਾ ਨਹੀਂ ਕਰਵਾਉਂਦੇ। ਉਹਦਾ ਨੁਕਸਾਨ ਪਿਛਲੇ ਮਾਲਕ ਨੂੰ ਇਹ ਹੁੰਦਾ। ਬਿਲਫਰਜ਼ ਅੱਜ ਕੱਲ੍ਹ ਈ ਚਲਾਨ ਦਾ ਰਿਵਾਜ ਜਿਹੜਾ, ਤੁਹਾਨੂੰ ਘਰ ਬੈਠਿਆਂ ਚਲਾਨ ਆ ਜਾਣਾ, ਉਹ ਆਦਮੀ ਚਲਾਨ ਆਪਣੀ ਗੱਡੀ ਨਾ ਨਹੀਂ ਕਰਵਾ ਰਿਹਾ, ਚਲਾਨ ਤੁਸੀਂ ਭਰ ਰਹੇ ਹੋ। ਉਹਦੇ ਵਾਸਤੇ ਬਿਹਤਰੀਨ ਹੱਲ ਜਿਹੜਾ ਤੁਸੀਂ ਕਰ ਰਹੇ ਹੋ, ਇੱਕ ਐਪਲੀਕੇਸ਼ਨ ਦਿਓ ਥਾਣੇ ਸਿਟੀ, ਹਾਂਜੀ ਹਾਂਜੀ, ਉਸ ਤੋਂ ਬਾਅਦ ਐਕਸਾਈਜ਼ ਵਾਲਿਆਂ ਦੇ, ਉਹਨੂੰ ਪਹਿਲੇ ਉਸ ਬੰਦੇ ਨਾਲ ਰਾਬਤਾ ਕਰੋ ਵੀ ਨਹੀਂ ਤਾਂ ਮੈਂ ਤੁਹਾਡੀ ਗੱਡੀ ਬਲਾਕ ਕਰਾਉਣ ਬਲਾਕ ਲੱਗਾ। ਕਰਵਾ ਅਗਰ ਦੇ। ਨਾ ਕਰੇ ਤਾਂ ਬਲਾਕ ਕਰਾ ਦੋ। ਜਦੋਂ ਗੱਡੀ ਬਲਾਕ ਕਰਾਏਗੀ, ਉਹ ਜਿੱਥੇ ਗੱਡੀ ਪਕੜੀ ਗਈ, ਉਹ ਗੱਡੀ ਬੰਦ ਹੋਣੀ ਹੈ। ਲੇਕਿਨ ਇਹ ਵੀ ਇੱਥੇ ਮਸਲਾ, ਇਹ ਵੀ ਇੱਥੇ ਜਿਹੜੇ ਆਵਾਮ ਆ, ਜਦੋਂ ਤੇ 500 ਰੁਪਈਆ ਨਹੀਂ ਕਮਾ ਚਲੋ ਸਕਦੇ, ਦੇਖੋ, ਮੋਟਰਸਾਈਕਲ ਤਾਂ ਲਈ ਫਿਰਦੇ ਆ। ਵਕਤੀ ਤੌਰ ਤੇ ਇਹ ਥੋੜੀ ਜਿਹੀ ਮੁਸ਼ਕਲ ਹੈਗੀ ਆ, ਲੇਕਿਨ ਇਹ ਕਿ ਇਸ ਮੁਸ਼ਕਲ ਦਾ ਹੱਲ ਇਹੀ ਆ ਕਿ ਇੱਕ ਹੈਲਮਟ ਲਿਆ ਜਾਵੇ। ਹੈਲਮਟ ਲੈ ਕੇ ਆਪਣਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਕ ਬਿਹਤਰੀਨ ਵੀਆਈਪੀ ਕਿਸਮ ਦਾ ਹੈਲਮਟ ਲੈਣਾ। ਕੋਈ ਸਾਦਾ ਸਿੰਪਲ ਹੈਲਮਟ ਲੈ ਲਓ, ਜਿਹਦੇ ਤੁਹਾਡਾ ਸਿਰ ਜਿਹੜਾ ਉਹ ਮਹਿਫੂਜ਼ ਰਹਿ ਸਕੇ ਕਿਸੇ ਵੀ ਐਕਸੀਡੈਂਟ ਦੇ ਦੌਰਾਨ। ਇਸ ਲਈ ਨਾਜ਼ਰੀਨ, ਮੀਆਂ ਸਾਹਿਬ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਕਿ ਗਰੀਬ ਲੋਕ ਵੀ ਇੱਥੇ ਹੈਗੇ ਆ ਜਿਹੜੇ ਕਿ ਇਹਨਾਂ ਅਫੋਰਡ ਨਹੀਂ ਕਰ ਸਕਦੇ। ਕਾਨੂੰਨ ਜਿਹੜਾ ਉਹਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੇਰੀ ਦਰਖਾਸਤ ਆ ਕਿ ਕਾਨੂੰਨ ਨੂੰ ਫਾਲੋ ਕਰਦਿਆਂ ਹੋਇਆਂ ਅਗਰ ਤੁਹਾਨੂੰ ਇੱਕ ਹੈਲਮਟ ਲੈਣਾ ਪਵੇ ਤਾਂ ਹੈਲਮਟ ਲੈ ਕੇ, ਹੈਲਮਟ ਤੋਂ ਬਗੈਰ ਸਫ਼ਰ ਨਾ ਕੀਤਾ ਜਾਵੇ। ਅੱਜ ਸਰਦੀ ਦੇ ਮੌਸਮ ਦੇ ਵਿੱਚ ਵੀ ਤੁਹਾਨੂੰ ਫਾਇਦਾ ਇਹ ਹੋਊਗਾ ਕਿ ਤੁਸੀਂ ਬਿਲਕੁਲ ਵੀ ਠੰਡ ਤੋਂ ਵੀ ਮਹਿਫੂਜ਼ ਰਹਿ ਸਕਦੇ ਆ। ਮੀਆਂ ਸਾਹਿਬ ਕਹਿੰਦੇ ਕਿ ਮੈਂ ਜਦੋਂ ਇੱਥੇ ਆਇਆ, ਆਪਣੇ ਪੈੜਾ ਹੌਸਪੀਟਲ ਨੰਬਰ 2 ਤੋਂ ਇੱਧਰ ਜਦੋਂ ਆ ਰਹੇ ਸੀ, ਉਧਰ ਬਾਹਰਲੀ ਸਾਈਡ ਤੇ ਬੜੀ ਠੰਡ ਹੁੰਦੀ ਆ, ਸ਼ਾਇਦ ਥੋੜੀ ਜਿਹੀ ਘਟ ਜਾਂਦੀ ਆ। ਕਹਿੰਦੇ ਜਦੋਂ ਆ ਰਿਹਾ ਸੀ ਤੇ ਮੈਂ ਹੈਲਮਟ ਲਿਆ ਤੇ ਮੈਂ ਬਹੁਤ ਸਕੂਨ ਦੇ ਵਿੱਚ ਆਇਆ ਕਿ ਇਸ ਮੌਸਮ ਦੇ ਵਿੱਚ ਮੋਟਰਸਾਈਕਲ ਦਾ ਸਫ਼ਰ ਕਰਨਾ ਵੈਸੇ ਵੀ ਬਹੁਤ ਮੁਸ਼ਕਿਲ।
ਦੇਖੋ ਨਾ, ਹੁਣ ਇੱਕ ਘਰ ਦੇ ਵਿੱਚ ਇੱਕ ਵਾਲਦ ਕੋਈ ਕਮਾ ਰਿਹਾ, ਕੋਈ ਦਿਹਾੜੀ ਤੇ ਨਿਕਲਿਆ ਹੈ, ਕੋਈ ਕੁਛ ਕਰ ਰਿਹਾ, ਉਹਦਾ ਇੱਕ ਬੇਟਾ ਵਾ 14-15 ਸਾਲ ਦਾ। ਕੱਲਾ ਹੈਲਮਟ ਦਾ ਨਹੀਂ, ਨਾਲ ਲਾਇਸੈਂਸ ਦਾ ਵੀ ਆ। ਅਗਰ ਤੁਹਾਡੇ ਕੋਲ ਹੈਲਮਟ ਆ ਤੇ ਲਾਇਸੈਂਸ ਪੁੱਛ ਲੈਂਦੇ ਨੇ। ਜਿਹੜਾ 15 ਸਾਲ ਦਾ, ਲੇਕਿਨ ਉਹਦੀ ਸਹੂਲਤ ਇਹ ਸੀ ਵੀ ਚਲੋ ਆਪਣੇ ਛੋਟੇ ਭੈਣਾਂ ਭਾਈਆਂ ਨੂੰ ਸਕੂਲ ਛੱਡ ਆਉਂਦਾ ਸੀ। ਹੁਣ ਅਗਰ ਉਹਦਾ ਵਾਲਦ ਜਿਹੜਾ ਉਹਨਾਂ ਬੱਚਿਆਂ ਨੂੰ ਛੱਡੇ, ਉਹ ਤੇ ਫਿਰ ਕਦੀ ਕਿਸੇ ਨੂੰ ਸਕੂਲ ਲੈ ਕੇ ਜਾ ਰਿਹਾ, ਬਾਅਦ ਚ ਵਾਪਸ ਆ ਰਿਹਾ, ਤੇ ਉਹਨੂੰ ਦਿਹਾੜੀ ਆਪਣੀ ਕਦੋਂ ਕਰਨੀ ਹੈ ਤੇ ਉਹ ਘਰ ਕਿੱਦਾਂ ਚਲਾਏਗਾ। ਗੱਲ ਉਹੀ ਆ ਜਾਂਦੀ ਹੈ ਨਾ, ਉਹੀ ਯੂਰਪ ਵਾਲੀ ਵੀ ਜਿਹੜਾ ਸਾਨੂੰ ਮੁਲਕ ਨੂੰ ਬਣਾਉਣਾ ਤਾਂ ਯੂਰਪ ਚਾਹੁੰਦੇ ਆ, ਲੇਕਿਨ ਇੱਥੇ ਸਹੂਲਤਾਂ ਕੋਈ ਨਹੀਂ। ਹੁਣ ਯੂਰਪ ਦੇ ਵਿੱਚ ਦੇਖੋ ਤਾਲੀਮ ਫਰੀ ਇਹ ਨਹੀਂ ਮੀਆਂ ਤੇ ਸਾਹਿਬ, ਤੁਹਾਡਾ ਕਹਿਣ ਦਾ ਮਕਸਦ ਇਹ ਆ ਕਿ ਗਵਰਨਮੈਂਟ ਅਗਰ ਕਾਨੂੰਨ ਨੂੰ ਫਾਲੋ ਕਰਵਾਉਣਾ ਚਾਹੁੰਦੀ ਹੈ ਤੇ ਮਹਿੰਗਾਈ ਨੂੰ ਘੱਟ ਕਰੇ, ਮਹਿੰਗਾਈ ਤਾਂ ਨੂੰ ਕਿ ਘੱਟ ਅਗਰ ਕਰੇ। ਮਸਲ ਇੱਕ ਗਰੀਬ ਆਦਮੀ ਜਿਹੜਾ ਆਪਣੇ ਬੱਚਿਆਂ ਦੇ ਰੋਜ਼ੀ ਆਸਾਨੀ ਨਾਲ ਕਮਾ ਸਕੇ। ਇੱਕ ਘੀ ਦਾ ਪੈਕਟ ਜਿਹੜਾ 500 ਰੁਪਏ ਕਿਲੋ ਦੇ ਕਰੀਬ ਆ ਰਿਹਾ, ਆਇਲ ਦਾ ਪੈਕਟ 550 ਰੁਪਏ ਦਾ ਮਿਲ ਰਿਹਾ। ਉਸ ਤੋਂ ਇਲਾਵਾ ਮਸਲ ਦੂਸਰੀਆਂ ਚੀਜ਼ਾਂ, ਬਿਜਲੀ ਦੀ ਕੀਮਤਾਂ ਬਹੁਤ ਜ਼ਿਆਦਾ, ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ, ਕਿ ਅਗਰ ਇੱਕ ਕਾਰੋਬਾਰੀ ਬੰਦਾ ਉਹ ਇੱਕ ਮੀਟਰ ਲਵਾ ਲਵੇ, ਉਹ ਚਾਹੇ 3 ਯੂਨਿਟ ਵੀ ਇਸਤੇਮਾਲ ਕਰਦਾ, ਲੇਕਿਨ ਹੁਣ 1000 ਰੁਪਏ ਨੂੰ ਉਹਦਾ ਲਾਈਨਰ ਦੇਣਾ ਪੈਂਦਾ। ਇਹ ਕਾਫੀ ਮੁਸ਼ਕਲਾਂ ਜਿਹੜੀਆਂ ਵਾ ਮਸਲ ਲੋਕਾਂ ਵਾਸਤੇ ਹੈਗੀਆਂ। ਜਿਹੜੀਆਂ ਮਹਿੰਗਾਈ ਇਹ ਹਜੇ ਕੰਟਰੋਲ 'ਚ ਨਹੀਂ ਹੋ ਰਹੀ, ਮਹਿੰਗਾਈ ਤਾਂ ਮਜ਼ੀਦ ਵੱਧ ਰਹੀ ਹੈ। ਹਕੂਮਤ ਨੂੰ ਚਾਹੀਦਾ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਕੋਈ ਇਹ ਮਨਸੂਬਾ ਬਣਾਵੇ, ਇਹਦੀ ਕੋਈ ਇਸਤਲਾਹਤ ਕਰੇ ਕਿ ਮਹਿੰਗਾਈ ਕੰਟਰੋਲ ਹੋ ਜਾਵੇ। ਤੇ ਬਾਅਦ ਔਕਾਤ ਮਹਿੰਗਾਈ ਜਿਹੜੀ ਆ ਉਦੋਂ ਦੁੱਖ ਤੋਂ ਵੀ ਬੰਦੇ ਜਿਹੜੇ ਆ ਮਸਲਨ ਆਪਣੇ ਪੈਸੇ ਜਿਹੜੇ ਆ ਨਹੀਂ ਬਚਾ ਸਕਦੇ। ਅਗਰ ਕੁਝ ਬਚਤ ਹੋਊਗੀ ਤੇ ਬੰਦਾ ਹੈਲਮਟ ਵੀ ਲੈ ਲੈਂਦਾ, ਦੂਸਰੀ ਚੀਜ਼ਾਂ ਲੈਂਦਾ। ਹੁਣ ਇਸ ਟਾਈਮ ਇੱਕ ਗਰੀਬ ਬੰਦੇ ਕੋਲ ਦਵਾਈ ਲੈਣ ਜੋ ਕਿ ਪੈਸੇ ਹੈ ਨਹੀਂ, ਉਹਦਾ ਡਾਕਟਰ ਸਾਹਿਬ ਅਸਲ ਲੇਕਿਨ ਉਹ ਹੈਲਮਟ ਕਿੱਥੋਂ ਲਏਗਾ? ਇਹਦਾ ਤਰੀਕਾ ਇਹ ਸੀ, ਇਹਨੂੰ ਇਸ ਪ੍ਰੋਗਰਾਮ ਨੂੰ ਜਿਹੜਾ 3 ਮਰਹਲਿਆਂ ਦੇ ਵਿੱਚ ਉਹਨੂੰ ਜਾਰੀ ਕਰਨਾ ਚਾਹੀਦਾ ਸੀ। ਪਹਿਲਾ ਮਰਹਲਾ ਇਹ ਹੁੰਦਾ ਵੀ ਜਿਹੜਾ ਤੁਹਾਨੂੰ ਬਗੈਰ ਹੈਲਮਟ ਤੋਂ ਜਾਂ ਲਾਇਸੈਂਸ ਤੋਂ ਬਗੈਰ ਨਜ਼ਰ ਆਉਂਦਾ, ਉਹਨੂੰ ਤੁਸੀਂ ਸਖਤ ਵਾਰਨਿੰਗ ਦਿੰਦੇ। ਉਹਦਾ ਜਿਹੜਾ ਡਾਟਾ ਮਹਿਫੂਜ਼ ਹੁੰਦਾ, ਸ਼ਨਾਖਤੀ ਕਾਰਡ ਉਹਦਾ ਜਿਹੜਾ, ਉਹ ਤੁਹਾਡੇ ਕੋਲ ਮਹਿਫੂਜ਼। ਦੂਸਰੀ ਵਾਰੀ ਅਗਰ ਉਹ ਪਕੜਿਆ ਜਾਂਦਾ, ਉਹਨੂੰ ਜੁਰਮਾਨਾ ਕਰਦੇ। ਅਗਰ ਉਹ ਤੀਸਰੀ ਵਾਰੀ ਵੀ ਕਰਦਾ ਤੇ ਉਹਦਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਕਰਕੇ ਉਹਨੂੰ ਚਲੋ ਮੀਆਂ ਮੋਟਰਸਾਈਕਲ ਦੀ ਸਾਹਿਬ, ਇਜਾਜ਼ਤ ਹੀ ਨਾ ਹੋਵੇ। ਤੁਹਾਡੀ ਬਹੁਤ ਮਿਹਰਬਾਨੀ। ਸਾਡਾ ਪ੍ਰੋਗਰਾਮ ਕਾਫੀ ਲੰਬਾ ਹੋ ਗਿਆ। ਇਨਸ਼ਾਅੱਲਾ ਨਾਜ਼ਰੀਨ, ਫੇਰ ਕਦੀ ਮੀਆਂ ਸਾਹਿਬ ਨਾਲ ਗੱਲਬਾਤ ਕਰਾਂਗੇ। ਅੱਲਾਹ ਹਾਫਿਜ਼।